नमस्कार दोस्तों, वेलकम टू बालाजी एजुकेशन पॉइंट। ਅੱਜ ਦੀ ਵੀਡੀਓ ਦਾ ਜਿਹੜਾ ਆਪਣਾ ਟੌਪਿਕ ਹੈ ਉਹਦਾ ਨਾਮ ਹੈ ਮੀਨ ਮੋਡ ਐਂਡ ਮੀਡੀਅਨ। ਮੀਨ ਮੋਡ ਐਂਡ ਮੀਡੀਅਨ ਦੋਸਤੋ, ਜੇ ਤੁਸੀਂ ਪੇਪਰ ਦੇ ਰਹੇ ਹੋ ਪੀਟੈਟ, ਮੈਥ ਸਾਇੰਸ ਪੇਪਰ 1 ਜਾਂ ਈਟੀਟੀ ਜਾਂ ਸੀਟੈਟ, ਕੋਈ ਵੀ ਪੇਪਰ ਦੇ ਰਹੇ ਹੋ ਮੈਥ ਕੰਬੀਨੇਸ਼ਨ ਦੇ ਨਾਲ, ਤਾਂ ਇਹ ਟੌਪਿਕ ਤੁਹਾਨੂੰ ਕਾਫੀ ਇੰਪੋਰਟੈਂਟ ਹੈ। ਜੇ ਤੁਸੀਂ ਪਹਿਲਾਂ ਪੇਪਰ ਦਿੱਤਾ ਹੋਇਆ ਤਾਂ ਤੁਹਾਨੂੰ ਇਹਦੇ ਵਿੱਚੋਂ ਇੱਕ ਕੁਐਸਚਨ ਜ਼ਰੂਰ ਮਿਲਿਆ ਹੋਊਗਾ, ਠੀਕ ਹੈ ਜੀ। ਤਾਂ ਇਹ ਟੌਪਿਕ ਕਾਫੀ ਇੰਪੋਰਟੈਂਟ ਹੈ। ਈਜ਼ੀ ਕੁਐਸਚਨ ਆਂਦਾ ਹੈ, मतलब ਸਕੋਰਿੰਗ ਹੈ ਤੁਹਾਡੇ ਕੋਲੇ। ਜੇ ਕੁਐਸਚਨ ਪੇਪਰ ਦੇ ਵਿੱਚ ਆਊਗਾ ਤਾਂ ਤੁਹਾਨੂੰ ਨੰਬਰ ਜ਼ਰੂਰ ਦਵਾਊਗਾ। ਤਾਂ ਬੜੇ ਧਿਆਨ ਨਾਲ ਸਿੱਖਿਓ ਮੀਨ ਮੋਡ ਐਂਡ ਮੀਡੀਅਨ ਹੁੰਦਾ ਕੀ ਹੈ, ਠੀਕ ਹੈ ਜੀ। ਪੰਜਾਬੀ ਦੇ ਵਿੱਚ ਵੀ ਜਦੋਂ ਤੁਸੀਂ ਪੇਪਰ, ਜੇ ਤੁਸੀਂ ਪ੍ਰੀਵੀਅਸ ਈਅਰ ਪੇਪਰ ਵੀ ਦੇਖੋਗੇ, ਮੀਨ ਨੂੰ ਮੀਨ ਹੀ ਲਿਖਿਆ ਹੁੰਦਾ ਪੰਜਾਬੀ ਦੇ ਵਿੱਚ, ਮੋਡ ਨੂੰ ਮੋਡ ਹੀ ਲਿਖਿਆ ਹੁੰਦਾ, ਮੀਡੀਅਨ ਨੂੰ ਮੀਡੀਅਨ ਹੀ ਲਿਖਿਆ ਹੁੰਦਾ। ਵੈਸੇ ਕੀ ਮਤਲਬ ਹੁੰਦਾ ਮੈਂ ਤੁਹਾਨੂੰ ਦੱਸ ਵੀ ਦਊਂਗਾ, ਠੀਕ ਹੈ। ਬਟ ਜੇ ਤੁਸੀਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਦੇਖੋਗੇ, ਮੈਕਸਿਮਮ ਪੇਪਰਾਂ ਦੇ ਵਿੱਚ ਸੇਮ ਹੀ ਸ਼ਬਦ ਲਿਖ ਕੇ ਆਉਂਦਾ ਹੁੰਦਾ। ਹੁਣ ਮੀਨ, ਮੋਡ ਤੇ ਮੀਡੀਅਨ ਹੁੰਦਾ ਕੀ ਹੈ ਤੇ ਇਹਨੂੰ ਕਿਸ ਤਰੀਕੇ ਨਾਲ ਸੋਲਵ ਕੀਤਾ ਜਾਂਦਾ ਹੈ, ਇੱਕ ਇੱਕ ਚੀਜ਼ ਕਰਕੇ ਸਿੱਖਾਂਗੇ। ਤਾਂ ਬੜੇ ਧਿਆਨ ਨਾਲ ਸੁਣਿਓ, ਕਲਾਸ ਨੂੰ ਲਾਸਟ ਤੱਕ ਸੁਣਿਓ, ਠੀਕ ਹੈ। ਜੇ ਤੁਹਾਨੂੰ ਪਸੰਦ ਆਈ ਤਾਂ ਜਰੂਰ ਲਾਈਕ ਕਰਿਓ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ। ਵੀਡੀਓ ਦੇ ਲਾਸਟ ਦੇ ਵਿੱਚ ਤੁਹਾਨੂੰ ਇੱਕ WhatsApp ਗਰੁੱਪ ਦਾ ਲਿੰਕ ਮਿਲੂਗਾ, ਜਿਸ ਦੇ ਵਿੱਚ ਤੁਸੀਂ ਜੁਆਇਨ ਹੋ ਸਕਦੇ ਹੋ। ਉਹਦੇ ਵਿੱਚ ਤੁਹਾਨੂੰ ਕਾਫੀ ਚੀਜ਼ਾਂ ਮਿਲਣਗੀਆਂ, ਤੁਹਾਡੇ ਪੇਪਰ ਦੇ ਲਈ ਹੈਲਪਫੁਲ ਹੋਣਗੀਆਂ ਫ੍ਰੀ ਦੇ ਵਿੱਚ, ਠੀਕ ਹੈ ਜੀ। ਤੁਹਾਨੂੰ ਪੇਪਰਾਂ ਦੀ ਜਾਣਕਾਰੀ ਮਿਲੂਗੀ ਤੇ ਸਾਡੇ ਜਿਹੜੇ ਕੋਰਸ ਚੱਲਦੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਮਿਲੂਗੀ। ਤਾਂ ਚਲੋ ਜੀ, ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ। ਮੀਨ, ਮੋਡ ਐਂਡ ਮੀਡੀਅਨ। ਤਾਂ ਸਭ ਤੋਂ ਪਹਿਲਾ ਜਿਹੜਾ ਕਨਸੈਪਟ ਹੈ ਜੀ, ਉਹ ਹੈ ਆਪਣਾ ਮੀਨ। ਸਭ ਤੋਂ ਪਹਿਲਾ ਜਿਹੜਾ ਕਨਸੈਪਟ ਹੈ, ਆਪਾਂ ਮੀਨ ਤੋਂ ਸ਼ੁਰੂ ਕਰਾਂਗੇ। ਮੀਨ ਨੂੰ ਜਿਹੜਾ ਪੰਜਾਬੀ ਦੇ ਜਾਂ ਹਿੰਦੀ ਦੇ ਵਿੱਚ ਕਹਿੰਦੇ ਨੇ, ਉਹ ਕਹਿੰਦੇ ਨੇ ਮੱਧਿਆ। ਮੀਨ ਨੂੰ ਹਿੰਦੀ ਜਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ ਜੀ? ਮੱਧਿਆ, ਠੀਕ ਹੈ। ਹੁਣ ਮੀਨ ਨੂੰ ਸੋਲਵ ਕਿਸ ਤਰੀਕੇ ਨਾਲ ਕੀਤਾ ਜਾਂਦਾ, ਦੇਖੋ ਬੜੇ ਧਿਆਨ ਨਾਲ ਸਮਝਿਓ। ਪਹਿਲਾਂ ਤਾਂ ਇੱਕ ਐਗਜ਼ਾਮਪਲ ਲਵਾਂਗੇ, ਕੋਈ ਆਪਣੇ ਕੋਲੇ ਐਗਜ਼ਾਮਪਲ ਹੈ ਤੇ ਉਹਨੂੰ ਸੋਲਵ ਕਰਾਂਗੇ, ਠੀਕ ਹੈ। ਉਸ ਦੇ ਨਾਲ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਵੀ ਮੀਨ ਕਿਸ ਤਰੀਕੇ ਨਾਲ ਸੋਲਵ ਕਰੀਦਾ, ਮੋਡ ਕਿਸ ਤਰੀਕੇ ਨਾਲ ਸੋਲਵ ਕਰੀਦਾ ਤੇ ਮੀਡੀਅਨ ਕਿਸ ਤਰੀਕੇ ਨਾਲ ਸੋਲਵ ਕਰੀਦਾ। ਤਾਂ ਮੰਨ ਲਓ ਆਪਣੇ ਕੋਲੇ एग्जांपल है, कुछ ऑब्जर्वेशंस देती हैं या कुछ नंबर्स देते 22, 29, 25, 12, 27 ਆ ਕੁछ नंबर्स ने जी या कुछ ऑब्जर्वेशंस ने। ਤਾਂ ਹੁਣ ਇਹਨਾਂ ਦਾ ਮੀਨ ਕਿਸ ਤਰੀਕੇ ਨਾਲ ਪਤਾ ਕਰਾਂਗੇ। ਮੀਨ ਪਤਾ ਕਰਨ ਦਾ ਤਰੀਕਾ ਜਿਹੜਾ ਉਹ ਐਵਰੇਜ ਦੇ ਨਾਲ ਸੇਮ ਹੁੰਦਾ। ਜੇ ਤੁਹਾਨੂੰ ਐਵਰੇਜ ਦਾ ਕਨਸੈਪਟ ਪਤਾ ਹੈ ਤਾਂ ਤੁਸੀਂ ਮੀਨ ਸੋਲਵ ਕਰ ਸਕਦੇ ਹੋ, ठीक है जी। मीन सोल्व करने का तरीका की हुंदा है, सम ऑफ, सम का मतलब जोड़, सम ऑफ ऑब्जरवेशंस, सम ऑफ ऑब्जरवेशंस, ऑब्जरवेशंस मतलब जेड़े नंबर्स दिते हुए ने, तुसी ऑब्जरवेशंस ने जेड़ियां नंबर्स ने, सम ऑफ ऑब्जरवेशंस डिवाइड बाय नंबर ऑफ ऑब्जरवेशंस मतलब जिन्ने नंबर ने, कुल मिला के जिन्ने नंबर ने, ठीक है जी। सारे नंबरों का जोड़ डिवाइड बाय कुल जिन्ने नंबर ने। तो हुण इहनूं किस तरीके नाल सोल्व करांगे? तो जिन्ने नंबर ने, देखो पहला तो 22, सम का मतलब प्लस 22 प्लस 29 प्लस 25 प्लस 12 प्लस 23, सारियां दा जोड़ करांगे जी। ते डिवाइड बाय, देखो काउंट करो किन्ने नंबर ने, 1 2 3 4 5। जे तुसीं काउंट करोगे तुहाडे कोले 5 नंबर आउणगे, तो डिवाइड बाय 5। ਤਾਂ ਹੁਣ ਇਹਨਾਂ ਦਾ ਜੇ ਆਪਾਂ ਜੋੜ ਕਰਾਂਗੇ ਜੀ 115 ਬਣ ਜੂਗਾ। 115 ਵਟਾ 5, ਇਹ ਆਪਣੇ ਕੋਲੇ ਕਟਿੰਗ ਕਰਕੇ ਆ ਗਿਆ 23। ਮਤਲਬ ਇਸ ਕੁਐਸਚਨ ਦਾ ਜਿਹੜਾ ਮੀਨ ਹੈ ਆਪਣੇ ਕੋਲੇ ਕਿੰਨਾ ਆ ਗਿਆ? 23। ਮੀਨ ਦੀ ਵੈਲਿਊ ਆ ਗਈ 23। ਇਸ ਤਰੀਕੇ ਨਾਲ ਤੁਸੀਂ ਮੀਨ ਦੀ ਵੈਲਿਊ ਪਤਾ ਕਰ ਸਕਦੇ ਹੋ। ਤਾਂ ਮੀਨ ਪਤਾ ਕਰਨ ਦਾ ਫਾਰਮੂਲਾ ਕੀ ਹੁੰਦਾ ਹੈ? ਸਮ ਆਫ ਆਬਜ਼ਰਵੇਸ਼ਨਸ ਡਿਵਾਈਡ ਬਾय ਨੰਬਰ ਆਫ ਆਬਜ਼ਰਵੇਸ਼ਨਸ। एवरेज का फॉर्मूला भी यही होंगे। जे तुसी एवरेज का फॉर्मूला देखिया होगा भी टोटल डिवाइड बाय नंबर, यही चीज़ पढ़ते होंगे, तो सेम फॉर्मूला है मीन का अपने को एवरेज के नाल, ठीक है जी। ये सी गल अपनी मीन की। नैक्सट चलते हैं मीडियन। नैक्सट कंसैप्ट से चलते हैं, इसनूं भी रेज करते हैं। तुसी अपना प्लीज़ नोट करते चलियो। इस वीडियो के विचों तुहानूं क्वेश्चन पक्का मिलूगा, जिहड़ी अज दी क्लास है इस चों क्वेश्चन तुहानूं पक्का मिलूगा। तो बड़े ध्यान नाल समझते चलियो, बहुत ही आसान शब्दों के विच समझा रहा। नैक्सट वर्ड है मीडियन। हुण मीडियन नूं किस तरीके नाल सोल्व करोगे, ठीक है जी।
ਇਹਨੂੰ ਹਿੰਦੀ ਜਾਂ ਪੰਜਾਬੀ ਚ ਕਿਹਾ ਜਾਂਦਾ ਮਾਧਿਅਕਾ, ਮਾਧਿਅਕਾ। ਠੀਕ, ਤੇ ਇਸ ਨੂੰ ਕਿਵੇਂ ਸੋਲਵ ਕਰੀਦਾ? ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਡਾਟਾ ਦਿੱਤਾ ਹੋਇਆ ਜਾਂ ਜਿਹੜੀਆਂ ਆਬਜ਼ਰਵੇਸ਼ਨਸ ਨੇ, ਅਰੇਂਜ ਦਾ ਆਬਜ਼ਰਵੇਸ਼ਨ, ਸਿੱਖ ਕੇ ਚੱਲਿਓ ਹਰ ਚੀਜ਼। ਅਰੇਂਜ ਦਾ ਆਬਜ਼ਰਵੇਸ਼ਨਸ ਇਨ ਅਸੈਂਡਿੰਗ ਆਰਡਰ, ਮਤਲਬ ਜਿਹੜੀਆਂ ਵੀ ਆਬਜ਼ਰਵੇਸ਼ਨਸ ਨੇ ਇਹਨੂੰ ਅਸੈਂਡਿੰਗ ਆਰਡਰ ਚ ਅਰੇਂਜ ਕਰੋ। ਮਤਲਬ ਕਹਿਣ ਦਾ ਭਾਵ ਕੀ ਇਹਨੂੰ ਵੱਧਦੇ ਕ੍ਰਮ ਚ ਅਰੇਂਜ ਕਰੋ। ਤਾਂ ਸਭ ਤੋਂ ਪਹਿਲਾਂ ਜਦੋਂ ਤੁਸੀਂ ਮੀਡੀਅਨ ਸੋਲਵ ਕਰਨਾ ਹੈ, ਜਿਹੜੀਆਂ ਵੀ ਵੈਲਿਊਜ਼ ਹੋਣਗੀਆਂ ਉਹਨੂੰ ਵੱਧਦੇ ਕ੍ਰਮ ਚ ਅਰੇਂਜ ਕਰ ਲੈਣਾ। ਜਿਵੇਂ ਅਰੇਂਜ ਕਰਦੇ ਆ 12, ਫਿਰ ਨੈਕਸਟ ਨੰਬਰ ਆ ਗਿਆ 22, 25, 27, 29। ਇਹਨੂੰ ਵੱਧਦੇ ਕ੍ਰਮ ਦੇ ਵਿੱਚ ਅਰੇਂਜ ਕਰ ਲੈਣਾ। ਹੁਣ ਅਰੇਂਜ ਕਰਨ ਤੋਂ ਬਾਅਦ ਸੈਂਟਰ ਵਾਲਾ ਨੰਬਰ ਦੇਖਣਾ। ਮੀਡੀਅਨ ਦਾ ਮਤਲਬ ਮਿਡਲ ਵਾਲਾ, ਮਿਡਲ ਵਾਲਾ, ਮਿਡਲ ਵਾਲਾ ਨੰਬਰ ਦੇਖਣਾ। ਅਸੈਂਡਿੰਗ ਆਰਡਰ ਮਤਲਬ ਵੱਧਦੇ ਕ੍ਰਮ ਦੇ ਵਿੱਚ ਅਰੇਂਜ ਕਰਕੇ ਮਿਡਲ ਨੰਬਰ ਦੇਖਣਾ। ਮਿਡਲ ਨੰਬਰ ਦੇਖੋ ਆਪਣੇ ਕੋਲੇ 5 ਨੰਬਰ ਨੇ, ਟੋਟਲ 5 ਨੰਬਰ ਨੇ, 2 ਇੱਧਰ ਛੱਡ ਦੋ, 2 ਇੱਧਰ ਛੱਡ ਦੋ। ਮਿਡਲ ਵਾਲਾ ਨੰਬਰ ਕੀ ਆ ਗਿਆ? 25। ਮਿਡਲ ਵਾਲਾ ਨੰਬਰ ਕੀ ਆ ਗਿਆ? 25। ਤਾਂ ਸਟੂਡੈਂਟ ਤੁਹਾਡਾ ਮੀਡੀਅਨ ਕਿੰਨਾ ਆ ਜਾਊਗਾ? 25। ਠੀਕ ਹੈ ਜੀ। ਇਹ ਡਾਇਰੈਕਟ ਕੱਢ ਸਕਦੇ ਹੋ ਜੇ ਤੁਹਾਡੇ ਕੋਲੇ ਓਡ ਨੰਬਰਸ ਹੋਣ। ਓਡ ਨੰਬਰਸ ਹੋਣ ਕਹਿਣ ਦਾ ਭਾਵ ਕੀ ਹੈ? ਓਡ ਨੰਬਰ ਮਤਲਬ 25 ਕਰਕੇ ਨਹੀਂ ਮੈਂ ਕਹਿ ਰਿਹਾ। ਓਡ ਨੰਬਰਸ ਮਤਲਬ ਉਰੇ ਜਿਵੇਂ 5 ਨੰਬਰ ਸੀ, 7 ਨੰਬਰ ਹੋਣ, 9 ਹੋਣ, ਤਾਂ ਤੁਸੀਂ ਡਾਇਰੈਕਟ ਕੱਢ ਸਕਦੇ ਹੋ। ਬਟ ਜੇ ਤੁਹਾਡੇ ਕੋਲੇ 6 ਨੰਬਰ ਹੋਣ ਜਾਂ 8 ਨੰਬਰ ਹੋਣ, ਫਿਰ ਕਿਸ ਤਰੀਕੇ ਨਾਲ ਸੋਲਵ ਕਰੋਗੇ? ਮੰਨ ਲਓ ਇੱਥੇ ਇੱਕ ਨੰਬਰ ਹੋਰ ਆ ਜਾਂਦਾ, ਮੰਨ ਲਓ ਕੋਈ ਹੋਰ ਸੰਖਿਆ ਲੈ ਕੇ ਚੱਲਦੇ ਆ, ਮੰਨ ਲਓ 12, 15, 17, 19, 22, 25। ਦੇਖੋ ਹੁਣ ਜੇ ਵੈਲਿਊ ਆ ਹੁੰਦੀ, ਆਪਣੇ ਕੋਲੇ ਨੰਬਰ ਹੁੰਦੇ 6। ਹੁਣ ਜੇ ਸਟੂਡੈਂਟ ਜੇ ਆਪਣੇ ਕੋਲੇ 6 ਨੰਬਰ ਹੁੰਦੇ, ਫਿਰ ਕਿਸ ਤਰੀਕੇ ਨਾਲ ਸੋਲਵ ਕਰੋਗੇ? ਫਿਰ ਕਿਸ ਤਰੀਕੇ ਨਾਲ ਸੋਲਵ ਕਰੋਗੇ? ਹੁਣ ਮਿਡਲ ਦੇ ਵਿੱਚ 2 ਨੰਬਰ ਆ ਰਹੇ ਨੇ, ਧਿਆਨ ਨਾਲ ਦੇਖੋ। ਮਿਡਲ ਦੇ ਵਿੱਚ 17 ਤੇ 19 2 ਨੰਬਰ ਆ ਰਹੇ ਨੇ। 2 ਇੱਧਰ ਛੱਡ ਦੋ, 2 ਇੱਧਰ ਛੱਡ ਦੋ। ਮਿਡਲ ਦੇ ਵਿੱਚ ਕਿੰਨੇ ਨੰਬਰ ਆ ਰਹੇ ਨੇ? 2 ਨੰਬਰ ਆ ਰਹੇ ਨੇ, 17 ਤੇ 19। ਤਾਂ ਕੀ ਕਰੋ? ਜਿਹੜੇ ਮਿਡਲ ਵਾਲੇ ਨੰਬਰ ਨੇ ਇਹਨਾਂ ਦਾ ਜੋੜ ਕਰੋ ਤੇ ਵਟਾ ਕੀ ਲਗਾ ਦਿਓ? 2। ਮਿਡਲ ਵਾਲੇ ਨੰਬਰਾਂ ਦਾ ਜੋੜ ਕਰਕੇ ਵਟਾ ਲਗਾ ਦਿਓ 2। ਤਾਂ 17 ਤੇ 19 ਦਾ ਜੋੜ ਕਿੰਨਾ ਹੁੰਦਾ ਸਟੂਡੈਂਟ? 36। 36 ਨੂੰ ਜਦੋਂ 2 ਨਾਲ ਵੰਡ ਦੋਗੇ ਤੁਹਾਡੇ ਕੋਲੇ ਆਨਸਰ ਆ ਜਾਊਗਾ 18। ਤਾਂ ਇਸ ਕੁਐਸਚਨ ਦਾ ਆਨਸਰ ਆ ਗਿਆ ਤੁਹਾਡੇ ਕੋਲੇ 18। ਠੀਕ ਹੈ ਜੀ। ਓਡ ਨੰਬਰ ਲਈ ਡਾਇਰੈਕਟ ਪਤਾ ਲੱਗ ਜਾਊਗਾ ਸੈਂਟਰ ਵਾਲਾ ਨੰਬਰ, ਤੇ ਈਵਨ ਨੰਬਰਸ ਹੋਣ ਜੇ ਤਾਂ ਸੈਂਟਰ ਵਾਲੇ 2 ਨੰਬਰ ਲੈ ਲੈਣੇ ਨੇ, ਸੈਂਟਰ ਵਾਲੇ 2 ਨੰਬਰ ਲੈ ਕੇ ਉਹਨਾਂ ਦਾ ਜੋੜ ਕਰ ਦੇਣਾ। ਇਹਦਾ ਮੈਂ ਤੁਹਾਨੂੰ ਫਾਰਮੂਲਾ ਵੀ ਲਿਖਵਾ ਦਿੰਦਾ ਜੇ ਕਿਸੇ ਸਟੂਡੈਂਟ ਨੇ ਫਾਰਮੂਲਾ ਲਗਾਉਣਾ ਹੋਇਆ। ਕਈ ਸਟੂਡੈਂਟ ਮੈਂ ਦੇਖਿਆ ਫਾਰਮੂਲਾ ਲਗਾਉਣਾ ਪਸੰਦ ਕਰਦੇ ਨੇ। ਤਾਂ ਹੁਣ ਜੇ ਇਸ ਦਾ ਫਾਰਮੂਲਾ ਲਗਾਉਂਗੇ, ਫਾਰਮੂਲਾ ਦੱਸ ਦਿੰਨਾ। ਓਡ ਨੰਬਰਸ ਲਈ ਕੀ ਫਾਰਮੂਲਾ ਹੁੰਦਾ ਹੈ? ਓਡ ਨੰਬਰਸ ਲਈ ਫਾਰਮੂਲਾ ਹੁੰਦਾ ਹੈ n+1/2th ਟਰਮ। n+1/2 th ਤਾਂ ਪਾਇਆ ਇਹ ਵਾਲੀ ਟਰਮ ਹੁੰਦੀ ਹੈ। ਹੁਣ ਜਿਵੇਂ 5 ਆਬਜ਼ਰਵੇਸ਼ਨ ਸੀ ਤਾਂ 5 + 1/2 ਤਾਂ 6/2 ਥਰਡ ਟਰਮ। ਥਰਡ ਟਰਮ ਹੈ ਜਿਹੜੀ ਉਹ ਤੁਹਾਡਾ ਆਨਸਰ ਆ ਜਾਊਗਾ। ਤੀਸਰੀ ਟਰਮ ਆਨਸਰ ਆ ਜਾਊਗਾ। ਠੀਕ ਹੈ, ਚਾਹੇ ਤੀਸਰੀ ਟਰਮ ਆਪਣਾ ਕੀ ਆ ਜਾਊਗਾ? ਆਨਸਰ। ਪਹਿਲੀ ਤੋਂ ਜੇ ਕਾਊਂਟ ਕਰੋਗੇ ਤੀਸਰੀ ਟਰਮ ਆਨਸਰ ਆ ਜਾਊਗਾ। ਪਹਿਲਾ ਤਾਂ ਅਸੈਂਡਿੰਗ ਆਰਡਰ ਚ ਲਗਾ ਕੇ ਥਰਡ ਟਰਮ ਆਨਸਰ ਆ ਜਾਊਗਾ। ਇਹੀ ਜੇ ਈਵਨ ਨੰਬਰਸ ਹੋਣ ਫਾਰਮੂਲਾ ਯਾਦ ਰੱਖ ਸਕਦੇ ਹੋ, ਨਹੀਂ ਤਾਂ ਆਪਣੇ ਕੋਲੇ ਡਾਇਰੈਕਟ ਹੀ ਆਨਸਰ ਆ ਜਾਊਗਾ ਜੇ ਤੁਸੀਂ ਫਾਰਮੂਲਾ ਨਹੀਂ ਵੀ ਲਗਾਉਣਾ ਚਾਹੁੰਦੇ। ਈਵਨ ਨੰਬਰਸ ਲਈ n/2th ਟਰਮ प्लस n/2 + 1th टर्म डिवाइड बाय 2। क्योंकि जे लगाओगे तुसी मान लो 6 नंबर ने तो 6/2 थर्ड टर्म आ गई, प्लस n/2 3 + 1 फोर्थ टर्म आ गई। थर्ड ते फोर्थ टर्म नू जोड़ करके वटा की लगा दो 2 लगा दो। यही चीज़ आपां सीखी सी। थर्ड ते फोर्थ टर्म का लगा के आपां की कर दांगे स्टूडेंट्स? जोड़ कर दांगे। जोड़ करके वटा 2 लगा दांगे तो अपने कोले आंसर आ जाऊगा। तो ये सी अपने कोले मीडियन फाइंड करन दा तरीका। ठीक है जी। मीन फाइंड करन दा सम ऑफ ऑब्जरवेशन डिवाइड बाय नंबर ऑफ ऑब्जरवेशन। मीडियन फाइंड करन दा तरीका की है? पहला असेंडिंग ऑर्डर च लगाओ तो सेंटर वाली रकम, मिडल वाली रकम देख लो, मिडल वाली रकम थोड़ा आंसर आ जाऊगा। नैक्सट तीसरा कंसैप्ट आंदा है जिहड़ा अपने कोले की आंदा है
मोड, तीसरा कंसैप्ट स्टूडेंट्स अपने को आऊगा मोड। मोड बारे सीखते हैं। मोड नूं हिंदी च की कहंदे ने जी? मोड नूं कहा जाता है बहुलक। बहुलक, ठीक है। वैसे तो कोई औखे शब्द नहीं है, तुसी पंजाबी इंग्लिश भी याद रख सकते हो। मीन की हुंदा, मोड की हुंदा, मीडियन की हुंदा, ठीक है। बहुलक, हुण मोड की हुंदा? मैक्सिमम टाइम जेड़ी फ्रीक्वेंसी रिपीट हो रही है, फ्रीक्वेंसी इज रिपीटिंग, मैक्सिमम टाइम जेड़ा नंबर है रिपीट हो रहा है ਉਹਨੂੰ ਆਪਾਂ ਕੀ ਲਵਾਂਗੇ? ਮੋਡ ਲਵਾਂਗੇ। ਮੈਕਸਿਮਮ ਟਾਈਮ ਜਿਵੇਂ ਆਪਣੇ ਕੋਲੇ ਕੁਝ ਆਬਜ਼ਰਵੇਸ਼ਨਸ ਦਿੱਤੀਆਂ ਹੋਣਗੀਆਂ, ਉਹਦੇ ਵਿੱਚ ਸਭ ਤੋਂ ਵੱਧ ਵਾਰ ਜਿਹੜਾ ਨੰਬਰ ਰਿਪੀਟ ਹੋਊਗਾ ਉਹਨੂੰ ਆਪਾਂ ਕੀ ਲੈ ਲਾਂਗੇ? ਮੋਡ ਲੈ ਲਾਂਗੇ। ਹੁਣ ਜੇ ਆਪਾਂ ਇਸ ਕੁਐਸਚਨ ਦੀ ਗੱਲ ਕਰੀਏ 22 29 25 12 27, ਕੋਈ ਵੀ ਨੰਬਰ ਇਹ ਜਿਹਾ ਨਹੀਂ ਹੈਗਾ ਜਿਹੜਾ ਰਿਪੀਟ ਹੋ ਰਿਹਾ ਹੋਵੇ। ਕੋਈ ਵੀ ਨੰਬਰ ਸਟੂਡੈਂਟ ਇਹ ਜਿਹਾ ਨਹੀਂ ਹੈਗਾ ਜਿਹੜਾ ਰਿਪੀਟ ਹੋ ਰਿਹਾ ਹੋਵੇ, ਤਾਂ ਕੀ ਲਓਗੇ? ਹੁਣ ਇਹ ਬੱਚਿਆਂ ਨੂੰ ਪਤਾ ਨਹੀਂ ਹੁੰਦਾ, ठीक है। मैं बहुत घट टीचर्स ने जो ये बारे दसते हैं, तो मैं थोड़ा दस दिना इफ नो रिपीट, जे कोई रिपीट ना हो रहा हो तो ऑप्शन देखनी पऊगी, या तो अपने को ऑप्शन होगी ऑल आर मोड्स, भी सारे दे सारे मोड्स ने, या फिर होगी नो मोड, भी कोई भी मोड नहीं हैगा। इन्हां दोहां दे विचों एक ऑप्शन होगी, या तो तुहानूं दिता होगा ऑल आर मोड्स, सारे दे सारे मोड ने, या फिर दिता होगा नो मोड, कोई भी मोड नहीं हैगा। ਤਾਂ ਇਹ ਤਿੰਨ ਚੀਜ਼ਾਂ ਨੇ, ਮੀਨ, ਮੋਡ ਤੇ ਮੀਡੀਅਨ। ਨੈਕਸਟ ਇੱਕ ਕਨਸੈਪਟ ਹੋਰ ਆ ਜਾਂਦਾ ਆਪਣੇ ਕੋਲੇ ਜੀ। ਨੈਕਸਟ ਜੇ ਆਪਾਂ ਗੱਲ ਕਰੀਏ ਰੇਂਜ, ਉਹਦੀ ਰੇਂਜ ਜਾਂ ਕੁਐਸਚਨ ਦੀ ਰੇਂਜ ਕਿੱਥੋਂ ਤੱਕ ਹੈ, ਤਾਂ ਇਹਨੂੰ ਕਿਸ ਤਰੀਕੇ ਨਾਲ ਸੋਲਵ ਕਰੀਦਾ ਹੈ? ਹਾਈਐਸਟ ਫ੍ਰੀਕੁਐਂਸੀ माइनस लोएस्ट फ्रीकुएंसी, हाईएस्ट फ्रीकुएंसी माइनस लोएस्ट फ्रीकुएंसी, मतलब सब तो बड़ी वैल्यू ते सब तो छोटी वैल्यू का डिफरेंस ले लो, थोड़े कोले की आ जाऊगी रेंज। जिवें आपां कहने ना भी इसकी रेंज 200 किलोमीटर तक है, इसकी रेंज मतलब मैक्सिमम वैल्यू तो लोएस्ट वैल्यू अपने को होगी। तो हुण जिवें इस क्वेश्चन दे विच मैक्सिमम वैल्यू कितनी है? 29, माइनस लोएस्ट वैल्यू कितनी है? 12। तो 29 के 12 का डिफरेंस लवांगे, अपने को कितना आ गया स्टूडेंट? 17। तो अपने को वैल्यू आ जाऊगी 17, ठीक है जी। ये सी पहला क्वेश्चन। इस दे नाल दा एक क्वेश्चन होर डिटेल दे विच पढ़ांगे, जिहदे नाल थोड़ी वधिया तरीके नाल प्रैक्टिस हो जाऊगी। तो चलिए जी एक एग्जाम्पल होर लैके चलदे आ। वैल्यू देती अपने को 6 5 7 8 5 6 3 8 5 7 आ वैल्यू है जी अपने को। तो देखो सब तो पहला मीन सोल्व करते हैं। मीन सोल्व करने का थोड़े को तरीका की है? मीन सोल्व करने का तरीका की है? सारियां दा जोड़ करांगे, सारियां दा जोड़ करांगे, ठीक है जी। ते डिवाइड बाय की कर दोगे? नंबर, डिवाइड बाय नंबर, डिवाइड बाय देखो काउंट करो किन्ने नंबर ने? 1 2 3 4 5 6 7 8 9 10। तो डिवाइड बाय किन्ने नंबर ने? 10। तो जो इन्हों का जोड़ करोगे थोड़े को आ जाऊगा 60। 60 डिवाइड बाय 10, 0 नाल 0 कट गई, थोड़े को मीन आ जाऊगा 6। तो इस क्वेश्चन का जोड़ा मीन है वही वैल्यू कितनी आ जाऊगी स्टूडेंट? 6 आ जाऊगी। मीन करने का तरीका सारिਆਂ ਨੂੰ आ गया। मोड पता करते हैं पहला। मोड करने का तरीका की है? मैक्सिमम रिपीट। मैक्सिमम केड़ा नंबर है जिहड़ा रिपीट हो रहा? तो ध्यान नाल देखो 5 है जिहड़ा मैक्सिमम वारी रिपीट हो रहा, 5 है जिहड़ा 3 वारी रिपीट हो रहा। देखो 5 उरे आ गया, 5 उरे आ गया, तो 5 इत्थे आ गया। 5 है जिहड़ा 3 वारी आ रहा है, तो मोड कितना आ जाऊगा तुहाडे कोले? आंसर आ जाऊगा 5। तो मैक्सिमम टाइम केड़ा रिपीट हो रहा है? 5 रिपीट हो रहा, तो मोड आ जाऊगा 5। नैक्सट मीडियन। हुण जे आपां ने मीडियन सोल्व करना होवे, मीडियन सोल्व करन लई इहनूं पहला असेंडिंग ऑर्डर च लगावांगे। मीडियन बिना असेंडिंग ऑर्डर तो सोल्व नहीं करना, तो पहला तुहानूं असेंडिंग ऑर्डर च ही लगाना पऊगा। तो देखो लगाने 3 5 5 5
667788। ठीक है जी, लगाते। तो हुण देखो 10 नंबर ने, 10 नंबर ने तो सेंटर वाले नंबर 4 इधर छड़ दो, 4 इधर छड़ दो, सेंटर वाले 2 नंबर ने अपने को 6 ते 6, तो इन्हों दोहां का जोड़ करो वटा की कर दो 2, तो 6 ते 6 का जोड़ 12, 12 वटा 2 करोगे थोड़े को स्टूडेंट कितना आंसर आ जाऊगा 6। तो इस क्वेश्चन का आंसर आ गया जी अपने को 6। तो ये सी प्रॉपर डिटेल दे विच जे तुसी सोल्व करना है। जे रेंज पता करनी है, मैक्सिमम वैल्यू 8 है, सब तो छोटी वैल्यू 3 है, 8 चो 3 माइनस करोगे अपने को आंसर आ जाऊगा जी 5, रेंज आ जाऊगी 5। ठीक है जी, चलो हुण इस तो बाद जेड़ा सब तो मेन क्वेश्चन है इस टॉपिक का, जेड़ा पेपर दे विच पुछया ही जांदा है ते तुहानू कन्फर्म है तुहानू पेपर दे विच मिलिया होगा। ठीक है जी, जे तुसी पहला कोई पेपर दिता है पीटेट दा तो ਉਹਦੇ ਵਿੱਚ ਤੁਹਾਨੂੰ ਮਿਲਿਆ ਹੋਊਗਾ। ਤਾਂ ਇਹਦਾ ਜਿਹੜਾ ਫਾਰਮੂਲਾ ਹੁੰਦਾ ਉਹ ਕੀ ਹੁੰਦਾ, ਦੇਖੋ ਮੀਨ ਮੋਡ ਮੀਡੀਅਨ ਜਦੋਂ ਤਿੰਨਾਂ ਦੀ ਗੱਲ ਕਰੂਗਾ ਤਾਂ ਇਹਨੂੰ ਸੋਲਵ ਕਰਨ ਦਾ ਫਾਰਮੂਲਾ ਹੁੰਦਾ ਸਟੂਡੈਂਟਸ ਮੋਡ ਇਜ਼ ਇਕੁਅਲ ਟੂ 3 ਮੀਡੀਅਨ ਮਾਈਨਸ 2 ਮੋਡ। ਇਹ ਲਾਸਟ टाइम भी पीटेट पेपर 2 का तो मैनू याद है, ETT पेपर 2 का भी मैनू याद है, कन्फर्म है क्वेश्चन आया सी मोड इक्वल टू 3 मीडियन माइनस 2 मोड। ये फॉर्मूला याद रखियो, थोड़ा 1 नंबर पक्का है। इस फॉर्मूले दे विचों थोड़ा 1 नंबर पक्का आऊगा। लास्ट टाइम जिहड़ा क्वेश्चन आया सी मीन की वैल्यू दी हुई सी, सॉरी उरे आऊगा अपने को मीन मोड इक्वल टू 3 मीडियन माइनस 2 मीन, मोड इक्वल टू 3 मीडियन माइनस 2 मीन। मीन की वैल्यू दी हुई सी अपने को 3, मीडियन की वैल्यू दी हुई सी 4। आ फॉर्मूले दे विच वैल्यू पुट करके आपाने मोड पता करना सी, तां मोड पता करना सी तां देखो मोड इक्वल टू 3 मीडियन की वैल्यू स्टूडेंट अपने को 4 माइनस 2 इंटू मीन की वैल्यू अपने को कितनी सी 3। तो जे आप फॉर्मूले च वैल्यू पुट की 3 गुना 4 12 माइनस 2 गुना 3 6, 12 माइनस 6 थोड़े को कितना आंसर आ जाऊगा 6 आंसर आ जाऊगा, थोड़े को आंसर आ जाऊगा जी 6। तो आ वैल्यू आई सी अपने को मीन की वैल्यू 3 दी हुई सी, मीडियन की 4, मोड की वैल्यू आपाने पता करनी सी। तो एक क्वेश्चन तुहानू दे रहा, कमेंट दे विच मैनू सोल्व करके दसियो भी तुहाडा कितना आंसर आ रहा है। मीडियन की वैल्यू तुहानू दे रहा 12, मीन की वैल्यू दे रहे हैं 8, मोड पता करके दसियो कितना आंसर आऊगा, मोड पता करके दसियो कितना आंसर आऊगा। ठीक है जी, हुण मैक्सिमम बच्चे इस फॉर्मूले नूं इत्थे तक ही पढ़ते हैं, ये तो अगे नहीं पढ़ते, ना उन्होंने पता होंदा भी इस फॉर्मूले नूं अगे भी ड्राइव किया होया है या इनू किसी होर तरीके नाल भी पा सकता है। देखो आ क्वेश्चन जिहड़ी पीटेट है या ETT है बहुत टाइम तो पाती आ रही है, जो टेट का पेपर ये चीज़ बहुत टाइम तो पाता आ रहा है। तो इस टाइम जे उन्हें कुछ नवा पाना होया तो फॉर्मूले नूं थोड़ा चेंज करके पाऊगा। हुण वो चेंज किस तरीके नाल करूगा। ठीक है जी, इत्थों तक तुसी सारे समझ गए होंगे। हुण इस नूं अगे सीखदे आ क्या कहंदा जी, इस फॉर्मूले नूं इदां भी लिख सकदा है, देखो मोड इक्वल टू मीन माइनस 3 टाइम मीन माइनस मीडियन। हुण कई बारी स्टूडेंट ना थोनू मीन दिता होगा, ना थोनू मीडियन दिता होगा, ना ही थोनू मीन पता है, ना ही थोनू मीडियन पता है। फिर क्वेश्चन किस तरीके नाल सोल्व करोगे तो थोड़े कोले आ फॉर्मूला जाके यूज होगा। किस तरीके नाल क्वेश्चन दूगा अपने कोले, मोड की वैल्यू देती 8, मोड की वैल्यू देती 8, मीन माइनस मीडियन की वैल्यू देती, ना कले मीन की वैल्यू दी ना मीडियन की वैल्यू दी, मीन माइनस मीडियन की वैल्यू देती थोड़े कोले 12, मीन माइनस मीडियन देता 12। तो कहंदा जी तुसी पता करो मीन की वैल्यू, मीन की वैल्यू पता करो। तो हुण इस क्वेश्चन के लिए थोनू आ फॉर्मूला लगाना पऊगा। मैक्सिमम बच्चों को फॉर्मूला नहीं पता होना तो सीख के चलियो। देखो मोड की वैल्यू कितनी है 8 इक्वल टू मीन आपाने पता करना है -3 टाइम
मीन माइनस मीडियन की वैल्यू देती थोड़े को 12, तो उरे वैल्यू 12 पुट कर दो। तो इसनू सोल्व कर लांगे जी। देखो 8 इक्वल टू मीन माइनस 36, 12 तिया कितना होंदा 36, तो माइनस वाली वैल्यू इधर जाके प्लस हो जूगी। थोनू पता होगा माइनस वाली वैल्यू इक्वल टू दे पार जाके प्लस दी हो जाती है। तो मीन कितना आ जाऊगा थोड़े को 8 + 36, तो आंसर आ गया जी 44। तो इस क्वेश्चन का स्टूडेंट आंसर आ जाऊगा 44। आ फॉर्मूला भी तुसी याद रखियो जी, मोड इक्वल टू मीन माइनस 3 इंटू मीन माइनस मीडियन। चलिए जी, हुण इसे चीज तो एक लास्ट फॉर्मूला होर बनता है, इसे चीज तो एक फॉर्मूला होर बनता है। जे क्वेश्चन थोड़ा जा होर घुमाना होया तो यह फॉर्मूला भी याद रखना है। ये 3 फॉर्मूले थोनू याद होण पेपर दे लई, ठीक है। कोई भी चीज़ पा सकता है, जरूरी नहीं पहले वाला फॉर्मूला ही आऊगा, ठीक है। पिछले पेपर च पहले वाला फॉर्मूला ही आ रहा सी, बट ये फॉर्मूले भी याद करके चलियो। मोड इक्वल टू मीडियन माइनस 2/3 मीन माइनस मोड। एक फॉर्मूला आ यूज हुंदा जी। जे ना अपने कोले मीन पता होवे ना मीडियन पता होवे तो एक फॉर्मूला थोड़े कोले आ यूज होगा। हुण जिवें वैल्यू देती, मान लो मोड दी वैल्यू देती 15, मीन माइनस मोड दी वैल्यू देती 21, कहंदा जी मीडियन पता करो। ਆਪਾਂ ਨੇ ਕੀ पता करना है, मीडियन पता करना है। तो तुसी फॉर्मूले दे विच वैल्यू पुट करोगे थोड़े कोले आंसर आ जाऊगा। तो देखो मोड दी वैल्यू 15 इज इक्वल टू मीडियन माइनस 2/3 इंटू मीन माइनस मोड की जी वैल्यू है कितनी है 21, तो उरे लगा देंगे 7 ते कट गया, 7 दूनी 14, तो 15 इक्वल टू थोड़े कोले की बन गया मीडियन माइनस 14, मीडियन माइनस 14। आ माइनस वाली वैल्यू इधर आके ऐड हो जूगी, तो मीडियन की वैल्यू आ जूगी स्टूडेंट थोड़े कोले 29। तो आंसर आ गया अपने कोले 29। ਇਹ ਸੀ ਜੀ ਆਪਣਾ ਟੌਪਿਕ ਮੀਨ ਮੋਡ ਮੀਡੀਅਨ, ਜਿਹੜਾ ਤੁਹਾਡੇ ਪੇਪਰ ਲਈ ਇੰਪੋਰਟੈਂਟ ਸੀ ਪ੍ਰੋਪਰ ਡਿਟੇਲ ਦੇ ਵਿੱਚ। ਇਹ ਤੋਂ ਬਾਹਰ ਤੁਹਾਨੂੰ ਕੁਝ ਨਹੀਂ ਮਿਲਣਾ, ਠੀਕ ਹੈ। ਕੁਝ ਕੁਐਸਚਨਸ ਦੀ ਪ੍ਰੈਕਟਿਸ ਕਰਿਓ, ਅਸਾਈਨਮੈਂਟ ਤੁਹਾਨੂੰ ਮਿਲ ਜਾਏਗੀ, ਠੀਕ ਹੈ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ। ਥੈਂਕ ਯੂ ਸੋ ਮਚ।